ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵਾਂ, ਤਉ ਪਰਮ ਗੁਰੂ ਨਾਨਕ ਗੁਣ ਗਾਵਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਭਿਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸਾਤ ਸਦਾ ਵਿੱਚ ਆਈ। ਜਿਨ ਮੇਲਾ ਸ਼ਿਵਰਾਤ ਦਾ, ਖਟ ਦਰਸ਼ਨ ਆਦੇਸ ਕਰਾਈ। ਸਿੱਧ ਬੋਲਨ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਨ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਧਰਮ ਰਖਿਅਕ ਤੇਗ ਦੇ ਧਨੀ, ਸਗਲ ਸ੍ਰਿਸ਼ਟੀ ਦੀ ਚਾਦਰ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ, ਹਸਤੀ ਹੈ ਮੁਕੱਦਸ, ਆਵਾਜ਼ ਇਹ ਸ਼ਬਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਜਾਹਰ ਪੀਰ ਜਗਤ ਗੁਰੂ ਬਾਬਾ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ ਮਨਾ ਰਹੀ। ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸੰਗੀਤ ਅਕੈਡਮੀ ਪਟਿਆਲਾ ਸਮੁੱਚੇ ਵੀਰਾਂ ਵੱਲੋਂ ਆਪ ਸਮੁੱਚੀਆਂ ਸੰਗਤਾਂ ਦਾ ਪਿਆਰ ਲੈ ਕਰਕੇ ਹਰ ਸਾਲ 2 ਰੋਜ਼ਾ ਗੁਰਮਤਿ ਸਮਾਗਮ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਕੇ ਮਨਾਏ ਜਾਂਦੇ ਹਨ। ਅੱਜ ਪਹਿਲੇ ਦਿਨ ਦੇ ਦੀਵਾਨ ਸਜੇ, ਜਿਸ ਵਿੱਚ ਆਪ ਜੀ ਨੇ ਗਿਆਨੀ ਭੁਪਿੰਦਰਪਾਲ ਸਿੰਘ ਜੀ ਗੁਰਦੁਆਰਾ ਖੇਲ ਸਾਹਿਬ ਪਟਿਆਲਾ, ਗਿਆਨੀ ਕੁਲਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰ ਸਰਵਣ ਕੀਤੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਬਤ ਆਪ ਜੀ ਦੇ ਨਾਲ ਭਾਈ ਗਿਆਨੀ ਕੁਲਵਿੰਦਰ ਸਿੰਘ ਜੀ ਵਿਚਾਰ ਸਾਂਝੇ ਕਰ ਰਹੇ ਸਨ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਜਿਹੜਾ ਸਿਧਾਂਤ ਦਿੱਤਾ, ਉਸ ਸਿਧਾਂਤ ਦੇ ਬਾਬਤ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ। ਸਮਾਜ ਦੇ ਸੰਸਾਰ ਦੇ ਅੰਦਰ ਮੋਟੇ ਤੌਰ ਤੇ
ਦੋ ਕਿਸਮ ਦੇ ਲੋਕ ਜਿਹੜੇ ਨੇ ਉਹ ਰਹਿੰਦੇ ਨੇ। ਉਹ ਕਿਹੜੇ ਨੇ? ਉਹ ਹਨ ਇੱਕ ਕਿਰਤੀ ਤੇ ਇੱਕ ਵਿਹਲੜ। ਸੰਸਾਰ ਦੇ ਅੰਦਰ ਮੋਟੇ ਤੌਰ ਤੇ ਜੇ ਗੱਲ ਕਰੀਏ ਤੇ ਦੋ ਤਰ੍ਹਾਂ ਦੇ ਲੋਕ ਵਸਦੇ ਨੇ। ਇੱਕ ਹਨ ਕਿਰਤੀ, ਦਸਾਂ ਨਾਹਾਂ ਦੀ ਕਿਰਤ ਕਰਨ ਵਾਲੇ, ਹੱਡ ਭੰਨਵੀਂ ਮਿਹਨਤ ਕਰਨ ਵਾਲੇ। ਇੱਕ ਉਹ ਵਿਹਲੜ ਲੋਕਾਂ ਦਾ ਟੋਲਾ ਜਿਹੜਾ ਉਹਨਾਂ ਕਿਰਤੀਆਂ ਦੇ ਉੱਤੇ ਭਾਰ ਬਣਿਆ ਬੈਠਾ ਹੈ। ਕਿਉਂਕਿ ਜਿਹੜੇ ਕਿਰਤੀ ਲੋਕ ਹਨ, ਉਹ ਕਿਰਤੀ ਲੋਕ ਇਹਨਾਂ ਵਿਹਲੜ ਲੋਕਾਂ ਦਾ ਬੋਝ ਝੱਲਦੇ ਨੇ, ਜਿਵੇਂ ਧਰਤੀ ਅਕਿਰਤ ਘਣਾ ਦਾ ਭਾਰ ਝੱਲਦੀ ਹੈ। ਜਦੋਂ ਅਕਿਰਤ ਘਣਾ ਦਾ ਭਾਰ ਵੱਧ ਜਾਂਦਾ ਹੈ ਤੇ ਉਹ ਵੀ ਅਖੀਰ ਨੂੰ ਉਸ ਪਰਮੇਸ਼ਰ ਦੇ ਅੱਗੇ, ਪ੍ਰਭੂ ਦੇ ਅੱਗੇ ਪੁਕਾਰ ਕਰਦੀ ਹੈ। ਤੇ ਜਿਹਦੀ ਪੁਕਾਰ ਨੂੰ ਸੁਣ ਕੇ ਸੁਣੀ ਪੁਕਾਰ, ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਤੇ ਜਦੋਂ ਕਿਰਤੀ ਲੋਕਾਂ ਦੀ ਗਿਣਤੀ ਘੱਟ ਹੋਵੇ ਔਰ ਵਿਹਲੜ ਲੋਕਾਂ ਦੀ ਗਿਣਤੀ ਬਹੁਤਾਤ ਵਿੱਚ ਹੋਵੇ ਤੇ ਉਦੋਂ ਸੰਸਾਰ ਦੀ ਰੂਪ ਰੇਖਾ ਬਦਲ ਜਾਇਆ ਕਰਦੀ ਹੈ। ਜਦੋਂ ਕਿਰਤ ਵਗਾਰ ਬਣ ਜਾਵੇ ਤੇ ਕਿਰਤੀ ਵਗਾਰੀ ਬਣ ਜਾਵੇ, ਜਦੋਂ ਸਮਾਜ ਜਿਹੜਾ ਹੈ ਉਹ ਵੰਡਿਆ ਜਾਵੇ ਵਰਨ ਵੰਡ ਵਿੱਚ, ਪਰਿਵਾਰਕ ਤੌਰ ਤੇ ਜਿਹੜਾ ਹੈ ਸੰਨਿਆਸੀ, ਉਦਾਸੀ, ਇਹ ਲੋਕ ਜਿਹੜੇ ਸੰਸਾਰਕ ਜ਼ਿੰਮੇਵਾਰੀਆਂ ਨੂੰ ਤਲਾਂਜਲੀ ਦੇ ਕੇ ਘਰ ਬਾਹਰ ਤਿਆਗ ਕੇ ਜੰਗਲਾਂ ਵੱਲ ਚਲੇ ਗਏ, ਸੰਸਾਰਕ ਜ਼ਿੰਮੇਵਾਰੀਆਂ ਨੂੰ ਤਲਾਂਜਲੀ ਦੇ ਦਿੱਤੀ, ਤੇ ਜਦੋਂ ਫਿਰ ਲੋੜ ਪੈਂਦੀ ਉਦੋਂ ਫਿਰ ਕਿਰਤੀਆਂ ਦੇ ਘਰ ਵੱਲ ਨੂੰ ਦੌੜਦੇ, ਗ੍ਰਸਤੀਆਂ ਦੇ ਘਰ ਵੱਲ ਨੂੰ ਦੌੜਦੇ। ਤੇ ਜਦੋਂ ਇਹ ਹਾਲਾਤ ਬਣ ਚੁੱਕੇ ਸਨ ਸਾਡੇ ਸੰਸਾਰ ਦੇ, ਸਾਡੇ ਸਮਾਜ ਦੇ, ਵਿਹਲੜ ਲੋਕਾਂ ਦੀ ਗਿਣਤੀ ਵੱਧ ਚੁੱਕੀ ਸੀ ਔਰ ਕਿਰਤੀ ਲੋਕ ਇਹਨਾਂ ਵਿਹਲੜ ਲੋਕਾਂ ਦਾ ਭਾਰ ਚੁੱਕ ਰਹੇ ਸਨ, ਤਾਂ ਉਸ ਵਕਤ ਸੰਸਾਰ ਜਿਹੜਾ ਸਾਡਾ ਸਮਾਜ ਸੀ ਉਹ ਟੁਕੜੇ ਟੁਕੜੇ ਹੋ ਚੁੱਕਾ ਸੀ। ਤੇ ਇਸ ਕਰਕੇ ਫਿਰ 712 ਦੇ ਵਿੱਚ ਅੱਲੜ ਉਮਰ ਦਾ ਨੌਜਵਾਨ, ਜਿਹਦੀ ਉਮਰ ਤਕਰੀਬਨ 18 ਕੁ ਸਾਲ ਹੋਵੇਗੀ, ਮੁਹੰਮਦ ਬਿਨ ਕਾਸਮ, ਉਹ 200 ਨੌਜਵਾਨ ਘੋੜਸਵਾਰ ਲੈ ਕੇ ਆਉਂਦਾ ਹੈ ਔਰ ਸਾਡੇ ਸਮਾਜ ਦੇ ਉੱਤੇ ਆ ਕੇ ਹਮਲਾ ਕਰਦਾ ਹੈ, ਭਾਰਤ ਖੰਡ ਤੇ ਹਮਲਾ ਕਰਦਾ ਹੈ। 200 ਘੋੜਸਵਾਰਾਂ ਦੇ ਨਾਲ ਕੁੱਟਦਾ, ਲੁੱਟਦਾ, ਇੱਥੋਂ ਲੁੱਟ ਕਰਕੇ ਧਾਰਮਿਕ ਅਸਥਾਨਾਂ ਤੇ ਬੇਹੁਰਮਤੀ ਕਰਕੇ ਉਹ ਵਾਪਸ ਚਲਾ ਜਾਂਦਾ ਹੈ। ਪਰ ਭਾਰਤ ਖੰਡ ਦੇ ਅੰਦਰ, ਭਾਰਤ ਦੇ ਧਰਤੀ ਤੋਂ ਕੋਈ ਵੀ ਮਾਂ ਦਾ ਲਾਲ ਉਹਦਾ ਰਸਤਾ ਨਹੀਂ ਰੋਕ ਸਕਿਆ, ਉਹਦੇ ਅੱਗੇ ਆਵਾਜ਼ ਨਹੀਂ ਚੁੱਕ ਸਕਿਆ। ਕਿਉਂ? ਕਿਉਂਕਿ ਸਾਡੇ ਭਾਰਤ ਦੀ ਜਿਹੜੀ ਸ਼ਕਤੀ ਸੀ, ਸਾਡੇ ਸਮਾਜ ਦੀ ਜਿਹੜੀ ਸ਼ਕਤੀ ਸੀ, ਉਹ ਵੱਖ-ਵੱਖ ਟੁਕੜਿਆਂ ਵਿੱਚ ਵੰਡੀ ਹੋਈ ਸੀ। ਦੋ ਵੱਡੇ ਫਿਰਕੇ ਸਨ, ਮੁਸਲਮਾਨ ਤੇ ਹਿੰਦੂ। ਮੁਸਲਮਾਨ ਵੀ 3 ਸ਼੍ਰੇਣੀਆਂ ਦੇ ਵਿੱਚ ਵੰਡੇ ਹੋਏ ਸਨ। ਉਹ ਕਿਹੜੀਆਂ ਸਨ? ਪਹਿਲੀ ਸ਼੍ਰੇਣੀ ਸੀ, ਉਹਦੇ ਵਿੱਚ ਉਹ ਲੋਕ ਰਾਜ ਸੱਤਾ ਭੋਗਣ ਵਾਲੇ ਲੋਕ। ਦੂਸਰੀ ਸ਼੍ਰੇਣੀ ਦੇ ਵਿੱਚ ਧਾਰਮਿਕ ਆਗੂ ਆਉਂਦੇ ਸਨ, ਕਾਜੀ, ਸੈਯਦ, ਉਲਮਾ ਆਦਿ। ਤੀਜੀ ਸ਼੍ਰੇਣੀ ਉਹਨਾਂ ਕਿਰਤੀ ਲੋਕਾਂ ਦੀ ਸੀ, ਨਾਈ, ਧੋਬੀ, ਸ਼ਿੰਬੇ, ਲੁਹਾਰ ਆਦਿ। ਇਹ 3 ਸ਼੍ਰੇਣੀਆਂ ਦੇ ਵਿੱਚ ਇਹ ਜਿਹੜਾ ਮੁਸਲਮਾਨ ਵੀ ਜਿਹੜੇ ਸਨ, 3 ਸ਼੍ਰੇਣੀਆਂ ਦੇ ਵਿੱਚ ਇਹ ਵੀ ਫਿਰਕਾ ਵੰਡਿਆ ਹੋਇਆ ਸੀ। ਔਰ ਜਿਹੜੀ ਦੂਜੀ ਸ਼੍ਰੇਣੀ ਧਾਰਮਿਕ ਆਗੂਆਂ ਦੀ ਸੀ, ਉਹਦਾ ਬੋਲਬਾਲਾ ਸੀ, ਉਹਦਾ ਦਬਦਬਾ ਸੀ। ਰਾਜੇ ਲੋਕ ਵੀ ਇਹਨਾਂ
ਧਰਮੀ ਜਿਹੜੇ ਠੇਕੇਦਾਰ ਬਣ ਚੁੱਕੇ ਸਨ, ਇਹਨਾਂ ਤੋਂ ਪੁੱਛ ਕੇ ਹੀ ਗੱਲ ਕਰਦੇ। ਅਗਲਾ ਕੋਈ ਵੀ ਕਦਮ ਚੁੱਕਣਾ, ਕੋਈ ਕੰਮ ਕਰਨਾ, ਇਹਨਾਂ ਨੂੰ ਪੁੱਛ ਕੇ ਕਰਦੇ। ਔਰ ਜਿਹੜਾ ਹਿੰਦੂ ਫਿਰਕਾ ਸੀ ਉਹਦੇ ਵਿੱਚ ਇਹ ਖੱਤਰੀ, ਬ੍ਰਾਹਮਣ, ਸੂਦ, ਵੈਸ਼, ਇਹ ਵਰਨ ਵੰਡ ਤੇ ਆਧਾਰਿਤ ਸੀ। 4 ਤਰ੍ਹਾਂ ਦੀ ਵਰਨ ਵੰਡ ਇਹਨਾਂ ਵਿੱਚ ਪਈ ਹੋਈ ਸੀ। ਔਰ ਮੁਸਲਮਾਨ ਹਿੰਦੂਆਂ ਨੂੰ ਕਾਫਰ ਕਹਿੰਦੇ ਤੇ ਹਿੰਦੂ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ। ਆਪਸੀ ਭਾਈਚਾਰਕ ਜਿਹੜੀ ਸਾਂਝ ਸੀ ਉਹ ਖਤਮ ਹੋ ਚੁੱਕੀ ਸੀ। ਔਰ ਕਿਰਤੀਆਂ ਨੂੰ ਨੀਚ ਕਹਿ ਕੇ ਦੁਰਕਾਰਿਆ ਜਾਂਦਾ ਸੀ। ਤੇ ਜਦੋਂ ਐਸੇ ਸੰਸਾਰ ਦੇ ਹਾਲਾਤ ਬਣੇ, ਮੁਹੰਮਦ ਬਿਨ ਕਾਸਮ ਜਦੋਂ ਸਾਡੇ ਇਸ ਦੇਸ਼ ਨੂੰ ਲੁੱਟ ਕੇ ਲੈ ਗਿਆ, ਮਾਰ ਧਾੜ ਕੀਤੀ ਉਹਨੇ, ਉਹਦੇ ਜਾਣ ਤੋਂ ਬਾਅਦ 712 ਤੋਂ ਬਾਅਦ ਬਾਹਰੋਂ ਹਮਲਾਵਰ ਧਾੜਵੀ ਆਉਂਦੇ ਰਹੇ। ਹਮਲਾ ਦਰ ਹਮਲਾ ਸਾਡੇ ਦੇਸ਼ ਤੇ ਕਰਕੇ ਉਹਨੂੰ ਲੁੱਟਦੇ ਰਹੇ, ਕੁੱਟਦੇ ਰਹੇ। ਔਰ ਲੰਬਾ ਸਮਾਂ ਅਸੀਂ ਗੁਲਾਮੀ ਦਾ ਜੀਵਨ ਜਿਉਂਦੇ ਰਹੇ। ਲੰਬਾ ਸਮਾਂ ਅਸੀਂ ਗੁਲਾਮ ਰਹੇ। ਜ਼ੁਲਮ ਸਹਿਣ ਦਾ ਸਾਡਾ ਸੁਭਾਅ ਜਿਹੜਾ ਸੀ ਉਹ ਬਣ ਚੁੱਕਾ ਸੀ। ਤੇ ਜਦੋਂ ਐਸੇ ਹਾਲਾਤ ਬਣੇ, ਸੰਸਾਰ ਦੇ ਅੰਦਰ ਯੁੱਗਗਰਦੀ ਵਾਪਰੀ ਤੇ ਯੁੱਗਗਰਦੀ ਵਾਪਰਨ ਦੇ ਨਾਲ ਸਮੁੱਚਾ ਸਮਾਜ ਪਾਪ ਨਾਲ ਭਰ ਗਿਆ, ਨਫ਼ਰਤ ਨਾਲ ਭਰ ਗਿਆ, ਚਾਰੇ ਪਾਸੇ ਪਾਪ ਫੈਲ ਗਿਆ। ਤੇ ਜਦੋਂ ਸੰਸਾਰ ਦੇ ਸਮਾਜ ਦੇ ਹਾਲਾਤ ਐਸੇ ਹੋ ਜਾਣ, ਉਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਫਿਰ ਕਿਸੇ ਪੀਰ, ਫਕੀਰ, ਔਲੀਏ, ਪੈਗੰਬਰ, ਸੰਤ, ਮਹਾਪੁਰਸ਼ ਨੂੰ ਇਸ ਧਰਤੀ ਤੇ ਭੇਜਦਾ ਹੈ। ਸਮੇਂ ਸਮੇਂ ਨਾਲ ਬੜੇ ਅਵਤਾਰ ਇਸ ਧਰਤੀ ਤੇ ਆਏ। ਪਰ ਜਦੋਂ ਕਲਯੁਗ ਦਾ ਘੋਰ ਸਮਾਂ ਸੀ, ਐਸਾ ਪਾਪਾਂ ਦਾ ਬੋਲਬਾਲਾ ਸੀ, ਐਸਾ ਸਮਾਜ ਦਾ ਵਰਤਾਰਾ ਹੋ ਚੁੱਕਾ ਸੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਜਿਹੜੀ ਵੱਖ-ਵੱਖ ਟੁਕੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਸੀ, ਉਸ ਵਕਤ ਧਰਤੀ ਦੀ ਪੁਕਾਰ ਸੁਣੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ ਆਮਦ ਨਾਰਾਇਣ ਸਰੂਪ, ਹੋਮਾਨਾ ਨਿਰੰਜਨ ਨਿਰੰਕਾਰ ਰੂਪ। ਉਹ ਨਿਰੰਕਾਰ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ ਸਮਾਤ ਲੋਕ ਦੇ ਵਿੱਚ ਆਏ। ਔਰ ਆ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰਾਏ ਭੋਏ ਦੀ ਤਲਵੰਡੀ, ਜੋ ਇੱਥੇ ਅੱਜ ਕੱਲ੍ਹ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਆਪ ਜਾਣਦੇ ਹੋ, ਦਰਸ਼ਨ ਕਰਦੇ ਹੋ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਕੇਵਲ ਤੇ ਕੇਵਲ ਰਾਏ ਭੋਏ ਦੀ ਤਲਵੰਡੀ ਕਰਕੇ ਜਾਣੀ ਜਾਂਦੀ ਸੀ। ਔਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਉਸ ਕੁਦਰਤ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਸ ਤਲਵੰਡੀ ਨੂੰ ਆਪ ਸਵਾਰਿਆ, ਸ਼ਿੰਗਾਰਿਆ। ਕਿਉਂਕਿ ਜਦੋਂ ਕਿਸੇ ਬਾਦਸ਼ਾਹ ਨੇ, ਕਿਸੇ ਵੱਡੇ ਬੰਦੇ ਨੇ ਆਉਣਾ ਹੋਵੇ ਤੇ ਉਹਦੇ ਆਉਣ ਤੋਂ ਪਹਿਲਾਂ ਅਸੀਂ ਆਲਾ ਦੁਆਲਾ ਸਵਾਰਦੇ ਹਾਂ। ਤੇ ਜਿੱਥੇ ਆਪ ਨਾਰਾਇਣ ਕਲਾ ਧਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ ਆ ਰਹੇ ਨੇ, ਤੇ ਉਹਨੂੰ ਆਪ ਸਜਾਇਆ, ਸਵਾਰਿਆ। ਤਲਵੰਡੀ ਦੀ ਆਬੋ ਹਵਾ ਬਦਲੀ ਹੈ, ਪਸ਼ੂ ਪੰਛੀ ਵੀ ਝੂਮ ਉੱਠੇ ਨੇ, ਤੇ ਰਾਏ ਬੁਲਾਰ ਵਰਗਾ ਵੀ ਨਵਾਬੀ ਦੀ ਆਕੜ ਛੱਡ ਕੇ ਸਾਰਿਆਂ ਨੂੰ ਗਲੇ ਮਿਲਦਾ ਹੈ। ਐਸੀ ਉਸ ਧਰਤੀ ਤੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਆਗਮਨ ਹੋਇਆ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਆਗਮਨ ਹੋਣ ਦੇ ਨਾਲ ਉਹ ਕੇਵਲ ਜਿਹੜੀ ਤਲਵੰਡੀ ਸੀ, ਤਲਵੰਡੀ ਸਾਹਿਬ ਬਣ ਗਈ। ਔਰ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆ ਕਰਕੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਜਨਮ ਲੈ ਕਰਕੇ ਉਹ ਕੁੱਖ ਨੂੰ ਧਨ ਕਰ ਦਿੱਤਾ। ਸਜਦਾ ਨਮਸਕਾਰ ਕਰਵਾਉਣਾ ਕੀਤੀ। ਮਾਂ ਤ੍ਰਿਪਤਾ ਸਦਾ ਲਈ ਤ੍ਰਿਪਤ ਹੋ ਗਈ। ਤੇ ਉਹ ਦਾਈ ਦੌਲਤਾਂ ਜਿਹਨੇ ਸਰੀਰ ਕਰਕੇ ਦਰਸ਼ਨ ਕੀਤੇ, ਤੇ ਉਹ ਵੀ ਸੱਚੀ ਦੌਲਤ ਨੂੰ ਪ੍ਰਾਪਤ ਕਰਕੇ ਧਨ ਹੋ ਗਈ, ਜਿਹਦਾ ਨਾਮ ਦੌਲਤਾਂ ਸੀ, ਪਰ ਰੱਜ ਕੇ ਦੌਲਤ ਤੱਕੀ ਨਹੀਂ ਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੇਖਿਆ, ਜਦੋਂ ਸੰਸਾਰ ਦੇ ਹਾਲਾਤ ਬਾਬਾ ਦੇਖਾ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਸੰਸਾਰ ਨਫ਼ਰਤ ਤੇ ਈਰਖਾ ਦੀ ਅੱਗ ਵਿੱਚ ਸੜ ਰਿਹਾ ਸੀ। ਕਿਉਂਕਿ ਉਸ ਵਕਤ
ਧਰਮ ਦੇ ਤਿੰਨ ਮੁੱਖ ਕੇਂਦਰ ਮੰਨੇ ਜਾਂਦੇ ਸਨ ਜਿੱਥੋਂ ਮਨੁੱਖ ਧਰਮ ਦੀ ਆਸ ਰੱਖਦਾ ਸੀ। ਉਹ ਕਿਹੜੇ ਸਨ? ਜਿਹੜੇ ਆਤ ਦੇ ਭ੍ਰਿਸ਼ਟ ਹੋ ਚੁੱਕੇ ਸਨ, ਜਿਹਦੇ ਬਾਬਤ ਸਾਹਿਬ ਜੀ ਲਿਖਦੇ ਨੇ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ। ਇਹਨਾਂ ਤਿੰਨਾਂ ਦੇ ਕੋਲੋਂ ਜਦੋਂ ਮਨੁੱਖ ਧਰਮ ਦੀ ਆਸ ਰੱਖ ਕੇ ਕਿ ਇਹਨਾਂ ਕੋਲੋਂ ਮੈਨੂੰ ਧਰਮ ਦੀ ਪ੍ਰਾਪਤੀ ਹੋਵੇਗੀ, ਧਰਮ ਦੀ ਆਸ ਲੈ ਕੇ ਇਹਨਾਂ ਕੋਲ ਪਹੁੰਚਦਾ, ਇਹ ਤਾਂ ਆਪ ਆਤ ਦੇ ਭ੍ਰਿਸ਼ਟ ਹੋ ਚੁੱਕੇ ਸਨ। ਤੇ ਇਹਨਾਂ ਕੋਲੋਂ ਧਰਮ ਪੱਲੇ ਵਿੱਚ ਪੈਣ ਦੀ ਬਜਾਏ ਕੇਵਲ ਤੇ ਕੇਵਲ ਨਫ਼ਰਤ ਤੇ ਈਰਖਾ ਹੀ ਪੱਲੇ ਵਿੱਚ ਪੈਂਦੀ ਸੀ। ਤੇ ਉਹ ਜਿਹੜੇ ਸਮੇਂ ਦੇ ਰਾਜੇ ਸਨ, ਜਿਨ੍ਹਾਂ ਕੋਲੋਂ ਸਮਾਜ ਦੇ ਲੋਕ ਇਨਸਾਫ ਦੀ ਆਸ ਰੱਖਦੇ ਸਨ, ਉਹਨਾਂ ਦੇ ਬਾਬਤ ਵੀ ਸਾਹਿਬ ਜੀ ਲਿਖਦੇ ਨੇ ਕਿ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡ ਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਉਹ ਰਾਜੇ ਵੀ ਜਿਹੜੇ ਸਨ ਕਸਾਈ ਦਾ ਰੂਪ ਧਾਰਨ ਕਰਕੇ ਬੈਠੇ ਸਨ। ਇਹਨਾਂ ਦੇ ਕੋਲੋਂ ਜਦੋਂ ਕੋਈ ਆਸ ਲੈ ਕੇ ਜਾਂਦਾ ਇਨਸਾਫ ਦੀ, ਤੇ ਇਨਸਾਫ ਦੀ ਬਜਾਏ ਇਹਨਾਂ ਦੇ ਨਾਲ ਅਨਿਆਇ ਹੁੰਦਾ। ਔਰ ਜਦੋਂ ਐਸੇ ਹਾਲਾਤ ਸਨ, ਜਦੋਂ ਬਾਬਰ ਵਰਗੇ ਚੜ੍ਹ ਕੇ ਆਏ, ਉਸ ਵਕਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਆਵਾਜ਼ ਇਸ ਫਿਜ਼ਾ ਵਿੱਚ ਗੂੰਜੀ। ਜਿਹੜੇ ਅਸੀਂ ਉਸ ਵਕਤ ਜ਼ੁਲਮ ਸਹਿਣ ਕਰਨ ਦੇ ਆਦੀ ਬਣ ਚੁੱਕੇ ਸੀ, ਗੁਲਾਮੀ ਦਾ ਜੀਵਨ ਜੀ ਰਹੇ ਸੀ, ਤੇ ਕੋਈ ਆਵਾਜ਼ ਨਹੀਂ ਸੀ ਸੁੱਕ ਸਕਦਾ। ਉਸ ਵਕਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਫਿਜ਼ਾ ਵਿੱਚ ਆਵਾਜ਼ ਜਿਹੜੀ ਦਿੱਤੀ, ਉਹ ਗੂੰਜੀ। ਬਾਬਰ ਨੂੰ ਕਿਹਾ, ਬਾਬਰ ਤੂੰ ਜਾਬਰ ਹੈ। ਔਰ ਚੜ੍ਹ ਕੇ ਆਈ ਹੋਈ ਜਿਹੜੀ ਫੌਜ ਸੀ, ਉਹਨੂੰ ਕਿਹਾ, ਪਾਪ ਕੀ ਯੰਜਲਾ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਉਹ ਆਵਾਜ਼ ਨੇ ਜਿੱਥੇ ਲੋਕਾਂ ਨੂੰ ਕਰਮ ਕਾਂਡਾਂ ਦੇ ਵਿਰੁੱਧ ਝੰਜੋੜਨਾ ਕੀਤਾ, ਉੱਥੇ ਇਹ ਜਿਹੜਾ ਜ਼ੁਲਮ ਹੋ ਰਿਹਾ ਸੀ, ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੇ ਲਈ ਝੰਜੋੜਨਾ ਕੀਤਾ। ਔਰ ਇਹ ਜਿਹੜੇ ਲੋਕ, ਜਿਹੜੇ ਵਿਹਲੜ ਲੋਕ ਸਨ, ਜਿਨ੍ਹਾਂ ਦੀ ਬਹੁਤਾਤ ਵਿੱਚ ਗਿਣਤੀ ਸੀ, ਕਿਰਤੀ ਜਿਹੜੇ ਸਨ ਬਹੁਤ ਘੱਟ ਸਨ, ਤੇ ਉਹ ਕਿਰਤ ਘਣਾ ਦੇ ਵਾਂਗ ਜਿਵੇਂ ਧਰਤੀ ਭਾਰ ਸਹਿਣ ਕਰ ਰਹੀ ਸੀ ਕਿਰਤ ਘਣਾ ਦਾ, ਉਵੇਂ ਕਿਰਤੀ ਲੋਕ ਨਾ ਵਿਹਲੜਾਂ ਦਾ ਬੋਝ ਝੱਲ ਰਹੇ ਸਨ। ਤੇ ਕਿਰਤ ਵਗਾਰ ਬਣ ਚੁੱਕੀ ਸੀ, ਕਿਰਤੀ ਵਗਾਰੀ ਬਣ ਚੁੱਕਾ ਸੀ। ਸਮਾਜ ਦਾ ਤਾਣਾ ਪਾਣਾ ਜਿਹੜਾ ਸੀ ਉਲਝ ਚੁੱਕਾ ਸੀ, ਤਾਣਾ ਪੇਟਾ। ਉਸ ਵਕਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੱਕਣ ਦੇ ਲਈ, ਨੀਚ ਕਹਿ ਕੇ ਤਿਰਸਕਾਰੇ ਜਾਂਦੇ ਲੋਕਾਂ ਨੂੰ ਸਤਿਕਾਰ ਦੇਣ ਦੇ ਲਈ, ਉੱਚਾ ਚੁੱਕਣ ਦੇ ਲਈ ਪਾਤਸ਼ਾਹ ਜੀ ਨੇ ਕਿਹਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੈ ਨੀਚ ਸਮਾਲੀਆਂ ਨ ਤਿੱਥੈ ਨਦਰ ਤੇਰੀ ਬਖਸ਼ੀਸ਼। ਪਾਤਸ਼ਾਹ ਜੀ ਨੇ ਕਿਹਾ, ਮੇਰਾ ਵੱਡਿਆਂ ਨਾਲ ਕੋਈ ਸੰਗ ਨਹੀਂ, ਵੱਡੀਆਂ ਦਾ ਮੈਂ ਸਾਥੀ ਨਹੀਂ, ਮੈਂ ਨਾ ਕਿਰਤੀਆਂ ਦਾ ਸਾਥੀ ਹਾਂ। ਕਿਆ ਨਹੀਂ, ਏਮਨਾਬਾਦ ਦੀ ਧਰਤੀ ਤੇ ਮਲਕ ਭਾਗੋ ਵਰਗਿਆਂ ਨੂੰ ਠੁਕਰਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਪਹੁੰਚੇ, ਉਹਦਾ ਰੁੱਖਾ ਮਿੱਸਾ ਭੋਜਨ ਛਕਿਆ। ਔਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਿਧਾਂਤ ਦਿੱਤਾ, ਸਮੁੱਚੀ ਲੁਕਾਈ ਨੂੰ, ਸਮੁੱਚੀ ਮਨੁੱਖਤਾ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ ਨੇ ਵੇਖਿਆ ਕਿ ਕਿਰਤੀ ਲੋਕਾਂ ਦੀ ਗਿਣਤੀ ਘੱਟ ਹੋਣ ਕਰਕੇ ਤੇ ਵਿਹਲੜ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ, ਤੇ ਖਾਸ ਕਰ ਉਹ ਲੋਕ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਸੰਸਾਰ ਨੂੰ ਸੇਧ ਦੇਣ ਦੀ, ਸਹੀ ਮਾਰਗ ਰਸਤਾ ਵਿਖਾਉਣ ਦੀ, ਉਹ ਸੰਸਾਰਕ ਜ਼ਿੰਮੇਵਾਰੀਆਂ ਨੂੰ ਛੱਡ ਕਰਕੇ ਔਰ ਜੰਗਲਾਂ ਨੂੰ ਚਲੇ ਗਏ ਸਨ। ਉਹ ਵਿਹਲੜ ਲੋਕ ਜਦੋਂ ਫਿਰ ਲੋੜ ਪੈਂਦੀ ਤੇ ਉਹਨਾਂ ਗ੍ਰਸਤੀਆਂ ਵੱਲ ਨੂੰ ਦੌੜਦੇ ਸਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੇਖਿਆ ਕਿ ਇਹਦੇ ਨਾਲ ਸਮਾਜ ਦੀ ਜਿਹੜੀ ਆਰਥਿਕ ਪੱਖ ਹੈ ਉਹ ਬੜਾ ਕਮਜ਼ੋਰ ਹੋ ਚੁੱਕਾ ਹੈ, ਆਰਥਿਕ ਪੱਖੋਂ ਸਮਾਜ ਬੜਾ ਕਮਜ਼ੋਰ ਹੋ ਚੁੱਕਾ ਹੈ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਕਿਰਤ ਕਰੋ। ਕਿਉਂਕਿ ਸੰਸਾਰ ਦੇ ਅੰਦਰ, ਸੰਸਾਰ ਮਨੁੱਖਾਂ ਦੇ ਸਮੂਹ ਦਾ ਨਾਮ ਹੈ, ਤੇ ਹਰ ਮਨੁੱਖ ਦੀ ਜਿਹੜੀ ਵਿਚਾਰਧਾਰਾ ਹੈ ਉਹ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਬੜਾ ਯੋਗਦਾਨ ਪਾਉਂਦੀ ਹੈ। ਤੇ ਜੇਕਰ ਕੋਈ ਵੀ ਮਨੁੱਖ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਜਾਵੇ ਤੇ ਉਹ ਸਮਾਜ ਕਦੀ ਤਰੱਕੀ ਨਹੀਂ ਕਰ ਸਕਦਾ।
गुरु नानक साहब पातशाह जी ने क्या समाज जिहड़ा आर्थिक पक्ष करके बड़ा कमजोर हो चुका है, तो गुरु नानक साहब पातशाह जी ने वेख्या वेलड़ लोग उन्हां किरतियां दी कमाई नूं हड़प के आप ऐशो आराम दा जीवन बतीत करदे ने, उपरों नीच कह के तिरस्कारदे ने। गुरु नानक साहब पातशाह जी ने क्या किरत करो, क्योंकि जदों समुचा समाज मिल के ये वेलड़ लोग भी जदों किरत करन विच लग जाणगे ते किरत करन दे नाल समाज दा आर्थिक पक्ष मजबूत होवेगा, ते जदों आर्थिक पक्ष मजबूत होवेगा तां समाज तरक्की वल वधेगा, समाज तरक्की करेगा। गुरु नानक साहब पातशाह जी ने क्या नाम जपो। उस वक्त लोग शरीरां दी चिन्हां दी पूजा विच पए सन, कोई शरीरां दी पूजा कर रहा है, कोई पत्थरां नूं पूज रहा है, कोई दरख्तां दी पूजा कर रहा है, पशु पंछियां दी पूजा कर रहा है। जिहदे बाबत साहब गुरु गोबिंद सिंह पातशाह जी भी लिखते हैं, नितनेम दी बाणी अंदर पढ़दे हो, काहू लै पाहन पूज धरियो सिर, काहू लै लिंग गरे लटकायो, काहू लख्यो हर अवाची दिशा में, काहू पशाह को शीस नवायो, को भूतान को पूजत है पस, को मृतान को पूजन धायो, कूर क्रिया उर्जियो सभी जग, श्री भगवान को भेद ना पायो। ऐसे हालात बने हुए सन। गुरु नानक साहब पातशाह जी ने क्या शरीर नासवंत है, बिनस जान वाला है, पत्थर वृक्ष जेडे ने जड़ रूप ने, इन्हां कोलों प्राप्त कुछ नहीं होना, अमोलक जीवन मिलिया बर्बाद जरूर हो जाएगा, अजाई गवा बैठोगे। सिमरन करो उस अकाल पुरख वाहिगुरु परमेश्वर दा जिहड़ा कदी बिनसदा नहीं, आद सच जुगाद सच है भी सच, नानक होसी भी सच। गुरु नानक साहब पातशाह जी ने अपने शरीर नाल भी नहीं जोड़िया। सिद्धा ने भी जदों पुछया सी तेरा गुरु कौन है, ते पातशाह जी ने भी उदों शब्द गुरु की गल कीती सी। शब्द गुरु सुरत धुन चेला, शब्द गुरु दे लड़ लाया। उस अकाल पुरख वाहिगुरु परमेश्वर दे नाम नाल समुची लुकाई नूं जोड़ना कीता, वंड छकू दा सिद्धांत दिता, जिहड़ी आप सी वरन वंड पई लोक वंडे हुए सन। उस अकाल पुरख वाहिगुरु परमेश्वर की शक्ति खिंडी हुई सी। सब तो पहला काम गुरु नानक साहब पातशाह जी ने उस शक्ति जिहड़ी टुकड़ियां विच वंडी हुई सी, यूनिटी ऑफ रियलिटी का जिहड़ा विचार सी, गुरु नानक साहब पातशाह जी का रब्बी मौलिक विचार सी। सब तो पहला काम गुरु नानक साहब पातशाह जी ने संसार इस मात लोक विच आ करके उस शक्ति नूं एक करन दा कीता, और उस शक्ति नूं एक करदिआं एक ओंकार दे राही सानू जिहड़ा ये दृढ़ करवाउणा कीता। ऐसे वो धन साहब श्री गुरु नानक साहब पातशाह जी दा आपां सारे रल मिल के 550वां प्रकाश गुरपुरब मना रहे हैं। पिछले लंबे समय तो मनाते आ रहे हैं, तो तकरीबन सारा साल ही गुरु साहब जी का पावन दिहाड़ा संगतां ने बड़े प्यार भावना दे नाल मनाउणा है। गुरु नानक संगीत अकैडमी समुचे वीरां वल्लों उपराला करके हर साल ये जिहड़े गुरमत समागम करवाए जाते हैं। गुरु पातशाह कृपा करन, इन्हां दे सीस ते मेहर भरे हत्थ रखण, इस तरह चढ़दी कला विच रह के सतगुरु पातशाह जी दे पावन गुरपुरब मनाउंदे रहण। आप संगतां इसे तरह प्यार मान बख्शदे रहो। बहुत धन्नवादी हाँ इन्हां दे मान प्यार बख्शिश कीता। कोटानकोट शुकराना धन साहब श्री गुरु ग्रंथ साहब पातशाह जी दा। होइयां बेअंत भुल्लां चुकां दी खिमा, इतनी हाजरी प्रवान कर लैनी। हुण अपने कोल बहुत ही विद्वान सज्जन ज्ञानी आत्मा सिंह जी वो पहुँच चुके ने। आप जी दे नाल उन्हां ने धन साहब श्री गुरु नानक साहब पातशाह जी दे जीवन दे विचों विचारां दी सांझ पाउणी है। आओ इसे तरह प्रेम नाल बैठ करके मैं बेनती करां, जिहड़ियां संगतां दीवान हाल तो बाहर ने वो भी आओ गुरचरणां दे विच जुड़ करके पूर्ण तौर ते लाहा प्राप्त करो। वाहिगुरू जी का खालसा, वाहिगुरू जी की फतेह।